ਪਹਿਲਾਂ ਤਾਂ ਜੋ ਪਹਿਲਗਾਮ ਦੇ ਵਿੱਚ ਕੱਲ੍ਹ ਬਹੁਤ ਦੁਖਦਾਇਕ ਘਟਨਾ ਹੋਈ, ਲਗਭਗ 28 ਸੈਲਾਨੀਆਂ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਦੀ ਜਾਨ ਲਈ ਗਈ, ਜ਼ਖਮੀ ਹੋਏ ਬਹੁਤ। ਉਹਦੀ ਸਖਤ ਸ਼ਬਦਾਂ 'ਚ ਅਸੀਂ ਨਿੰਦਾ ਕਰਦੇ ਹਾਂ। ਇਸ ਤਰ੍ਹਾਂ ਦੇ ਜਿਹੜੇ ਹਮਲੇ ਨੇ ਨਿਹੱਥੇ ਨਾਗਰਿਕਾਂ 'ਤੇ, ਉਹ ਕਿਸੇ ਵੀ ਤਰਫ ਤੋਂ ਜਾਇਜ਼ ਨਹੀਂ ਠਹਿਰਾਏ ਜਾ ਸਕਦੇ ਕਿ ਕੋਈ ਵੀ ਧਰਮ ਇਸ ਤਰ੍ਹਾਂ ਦੀਆਂ ਕਾਇਰਾਨਾ ਹਰਕਤਾਂ ਨੂੰ ਅਲਾਓ ਨਹੀਂ ਕਰਦਾ। ਧਰਮ, ਸਾਰੇ ਧਰਮ ਮਨੁੱਖਤਾ ਦਾ ਸੁਨੇਹਾ ਦਿੰਦੇ ਆ, ਮਾਨਵਤਾ ਦਾ ਸੁਨੇਹਾ ਦਿੰਦੇ ਆ। ਸੋ ਕਿਉਂਕਿ ਪੰਜਾਬ ਜਿਹੜਾ ਉਹ ਦੋਨੇ ਸਟੇਟਾਂ ਨੂੰ, ਯਾਨੀ ਕਿ ਜੰਮੂ ਕਸ਼ਮੀਰ ਨਾਲ ਵੀ ਸਾਡੀ ਹੱਦ ਲੱਗਦੀ ਹੈ ਅਤੇ ਪਾਕਿਸਤਾਨ ਨਾਲ ਵੀ ਸਾਡੀ ਹੱਦ ਲੱਗਦੀ। ਅਸੀਂ ਵੀ ਹਰ ਰੋਜ਼ ਡਰੋਨ ਫੜਦੇ ਰਹਿੰਦੇ ਹਾਂ। ਸਾਡੇ ਵੀ ਹਰ ਰੋਜ਼ ਕੋਈ ਨਾ ਕੋਈ ਥ੍ਰੈਟ, ਕੋਈ ਨਾ ਕੋਈ ਸਿਕਿਉਰਿਟੀ ਇਸ਼ੂਜ਼ ਆਉਂਦੇ ਰਹਿੰਦੇ, ਪਰ ਅਸੀਂ ਬਹੁਤ ਸਾਵਧਾਨ ਹਾਂ, ਚੌਕੰਨੇ ਹਾਂ, ਸਤਰਕ ਹਾਂ। ਇਸ ਕਰਕੇ ਐਕਟੀਵਿਟੀਜ਼ ਜਿਹੜੀਆਂ ਉਹਨਾਂ ਦੀਆਂ ਉਹ ਬਹੁਤ ਘੱਟ ਰਹੀਆਂ ਨੇ। ਔਰ ਜਿਹੜਾ ਯੁੱਧ ਨਸ਼ਿਆਂ ਵਿਰੁੱਧ, ਕਿਉਂਕਿ ਉਹ ਇਕੱਠੇ ਹੀ ਸਾਰੇ ਹੁਣ ਜਿਹੜੇ ਅਸੀਂ ਕੋਈ ਡਰੋਨ ਫੜੇ ਨੇ, ਉਹਨਾਂ ਤੋਂ ਪਤਾ ਲੱਗਦਾ ਕਿ ਉਹ ਹੁਣ ਸਮਗਲਰ, ਗੈਂਗਸਟਰ ਇਹ ਸਾਰੇ ਇਕੱਠੇ ਹੋ ਗਏ। ਇੱਕੋ ਡਰੋਨ 'ਚ ਉਹ ਪਿਸਟਲ ਵੀ ਭੇਜ ਦਿੰਦੇ ਆ, ਪੈਸੇ ਵੀ ਭੇਜ ਦਿੰਦੇ ਆ ਅਤੇ ਡਰੱਗ ਵੀ ਭੇਜ ਦਿੰਦੇ। ਸੋ ਜਦੋਂ ਸ਼ਿਕੰਜਾ ਕੱਸਿਆ ਗਿਆ ਸਮਗਲਰਾਂ 'ਤੇ, ਤਾਂ ਉਹ ਪ੍ਰੈਸ਼ਰ 'ਚ ਨੇ। ਹੁਣ ਕੀ ਕਰੀਏ, ਕੁਛ ਕਰੀਏ, ਕੋਈ ਗੜਬੜ ਕਰੀਏ, ਕੋਈ ਧਮਾਕਾ ਕਰੀਏ, ਕੋਈ ਆ ਕਰੀਏ। ਸੋ ਪੰਜਾਬ ਦੇ ਵਿੱਚ ਅਸੀਂ ਅਲਰਟ ਹਾਂ ਅਤੇ ਅੱਜ ਅਸੀਂ ਮੀਟਿੰਗ ਇੰਟੈਲੀਜੈਂਸ ਦੇ ਹੈੱਡ, ਵਿਜੀਲੈਂਸ ਦੇ ਹੈੱਡ, ਸਾਡੇ DGP ਸਾਹਿਬ, ਚੀਫ ਸੈਕਟਰੀ ਸਾਹਿਬ, ਜਿੰਨੀ ਵੀ ਸਾਡੀ ਹਾਈ ਲੈਵਲ ਸਿਕਿਉਰਿਟੀ ਟੀਮ ਹੈ, ਉਹਨਾਂ ਮੀਟਿੰਗ ਹੋਈ ਹੈ ਅਤੇ ਅਸੀਂ ਕੁਛ ਪੁਆਇੰਟਸ ਜਿਹੜੇ ਨੇ ਉਹ ਡਿਸਕਸ ਕੀਤੇ ਨੇ। ਅਤੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਹੀ ਇੰਨਾ ਅਲਰਟ ਰਿਹਾ ਜਾਵੇ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਇੱਥੇ ਜਾਣਾ ਮੁਸ਼ਕਿਲ ਹੈ, ਇੱਥੇ ਕੁਛ ਕਰਨਾ ਮੁਸ਼ਕਿਲ ਹੈ। ਸੋ ਪੰਜਾਬ ਨੂੰ ਸ਼ਾਂਤੀਪੂਰਵਕ ਸੂਬਾ ਰੱਖਣਾ, ਪੰਜਾਬ ਨੂੰ ਹੱਸਦਾ ਵੱਸਦਾ ਰੱਖਣਾ ਸਾਡਾ ਫਰਜ਼ ਹੈ। ਪੂਰੇ ਦੇਸ਼ ਦੇ ਵਿੱਚ ਵੈਸੇ ਤਾਂ ਇਹ ਅਟੈਕ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਹੈ। ਮੈਂ ਚਾਹੂੰਗਾ ਕਿ DGP ਸਾਹਿਬ ਥੋੜ੍ਹਾ ਜਿਹਾ ਜੋ ਤੁਸੀਂ ਸਟੈਪ ਲਏ ਨੇ ਜਾਂ ਲੈਣ ਜਾ ਰਹੇ ਹੋ, ਉਹਨਾਂ ਬਾਰੇ ਥੋੜ੍ਹਾ ਡਿਟੇਲ ਦੇ। ਕੱਲ੍ਹ ਜਿਵੇਂ ਹੀ ਅਟੈਕ ਹੋਇਆ ਸੀਗਾ ਤੇ CM ਸਾਹਿਬ ਨੇ ਇਮੀਡੀਏਟਲੀ ਸਾਨੂੰ ਟੈਲੀਫੋਨਿਕਲੀ ਹਿਦਾਇਤ ਕੀਤੀ ਸੀ ਕਿ ਪੂਰੇ ਸਟੇਟ ਦੇ ਵਿੱਚ ਸਿਕਿਉਰਿਟੀ ਅਲਰਟ ਜਾਰੀ ਕੀਤਾ ਜਾਵੇ। ਸੋ ਕੱਲ੍ਹ ਸ਼ਾਮ ਤੋਂ ਹੀ ਵੀ ਹੈਵ ਪੰਜਾਬ ਪੁਲਿਸ ਇਜ਼ ਔਨ ਸਿਕਿਉਰਿਟੀ ਅਲਰਟ, ਅਤੇ ਜਿਹੜੇ ਵਨਰੇਬਲ ਪੁਆਇੰਟਸ ਹੈਗੇ ਉਹਨਾਂ 'ਤੇ ਇੰਟੈਂਸੀਫਾਈਡ ਚੈਕਿੰਗ ਇਜ਼ ਗੋਇੰਗ ਔਨ, especially along the interstate and inter-district boundaries. There has been hardening of security around high-risk individuals, including increased patrolling in and around their places of residence and enhanced access control measures. There has been enhanced patrolling near religious places, political gatherings, transport hubs, and high-footfall public and tourist areas where the police deployment is there to maintain a sense of confidence. Intelligence coordination and surveillance of anti-national elements has been strengthened. We are in touch with concerned intelligence agencies and the border guarding agencies. We have issued instructions to ensure maximum visibility of uniformed personnel in sensitive zones to instill public confidence. We are in touch with the J&K police and the central authorities,
and a close watch is being kept on the situation. The educational institutes also, where there is a high footfall of students from J&K, are being the deployment has been strengthened, and Punjab, under the leadership of Honorable Chief Minister, would keep the state secure and safe. ਕੋਈ ਤੁਹਾਡਾ ਸਵਾਲ ਹੋਵੇ ਤਾਂ ਜੀ ਅਸੀਂ ਪੰਜਾਬ ਨੇ ਜਿਹੜਾ ਹੈਗਾ ਕਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਹੰਡਾਇਆ ਹੈਗਾ ਜਿਹੜਾ ਅੱਤਵਾਦ ਸਮੇਂ ਦੇ ਵਿੱਚ, ਤੇ ਉਹਦੇ ਵਿੱਚ ਜਿਵੇਂ ਹੁਣ ਬਾਰਡਰ ਸਟੇਟ ਹੈਗੀ ਹੈ ਸਾਡੀ ਵੀ, ਉਹਨੂੰ ਕਿਵੇਂ ਤੁਸੀਂ ਲੈ ਰਹੇ ਹੋ ਜੀ ਆਪਣੇ ਉਸ ਜਿਹੜਾ ਉਹੀ ਜੀ ਘਟਨਾਵਾਂ ਜਿਹੜੀਆਂ ਹੈਗੀਆਂ, ਕਿਉਂਕਿ ਉਦੋਂ ਵੀ ਉੱਥੋਂ ਹੀ ਸਟਾਰਟ ਹੋਏ ਸੀਗੇ। ਕਿਉਂਕਿ ਇਹ ਜਿਹੜਾ ਪੰਜਾਬ 'ਚ ਥੋੜ੍ਹੀਆਂ ਥੋੜ੍ਹੀਆਂ ਘਟਨਾਵਾਂ ਹੋ ਰਹੀਆਂ ਨੇ ਹੈ ਨਾ, ਜਾਂ ਹੋਈਆਂ ਨੇ, ਉਹ ਇੱਥੋਂ ਦੀ ਲੋਕਲ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਹੀਂ, ਇੰਟਰਨੈਸ਼ਨਲ ਹੈ। ਅਮਰੀਕਾ 'ਚ ਬੈਠੇ ਨੇ, ਹੁਣੇ ਫੜੇ ਆ ਉੱਥੇ, ਕੈਨੇਡਾ 'ਚ ਬੈਠੇ ਨੇ, ਆਸਟ੍ਰੇਲੀਆ 'ਚ ਬੈਠੇ ਨੇ, ਉਹ ਇੱਥੇ ਹਾਇਰ ਕਰ ਲੈਂਦੇ ਸ਼ੂਟਰਾਂ ਨੂੰ। ਜਿਹੜੇ ਸ਼ੂਟਰ ਫੜੇ ਆ ਅਸੀਂ, ਉਹ 5-5 10-10 ਰੁਪਈਆ ਯੂਪੀ ਤੋਂ ਲੈ ਲਿਆ ਕਿ ਉਹਨਾਂ ਨੇ 5-5 10,000 ਰੁਪਈਆ ਤੇ ਜਿਵੇਂ ਉਹਨੂੰ ਹਾਇਰ ਕਰ ਲੈਂਦੇ। ਪਰ ਜਿਹੜਾ ਅਸਲੀ ਮਕਸਦ ਹੈ ਉਹਨਾਂ ਦਾ ਕਿ ਪੰਜਾਬ ਨੂੰ ਡਿਸਟਰਬ ਕਰਨਾ, ਕਿ ਕਿਉਂਕਿ ਉਹਨਾਂ ਨੇ ਆਪਣਾ ਉਹਨਾਂ ਦੇ ਏਜੰਡੇ ਨੇ ਪਾਕਿਸਤਾਨ ਦੇ। ਸੋ ਡਰੋਨ ਜਿਹੜਾ ਸਮੱਸਿਆ, ਉਹ ਸਭ ਤੋਂ ਅਸੀਂ ਉਹ 'ਤੇ ਕੰਮ ਕਰ ਰਹੇ ਹਾਂ। ਹੁਣ ਐਂਟੀ ਡਰੋਨ ਬੜੀ ਜਲਦੀ ਅਸੀਂ ਲਾਂਚ ਕਰ ਦਾਂਗੇ, ਸਟੇਟ ਵੱਲੋਂ ਹੀ ਕਰ ਦਾਂਗੇ ਅਸੀਂ। ਤੇ पहली बार इस तरह की घटना देखने को मिली है कि एक मिनट जी, पहली बार इस तरह की घटना देखने को मिली है कि किसी आतंकियों ने टूरिस्टों को अपना जो निशाना है वो बनाया है, और इस पर क्या कहेंगे? दूसरी बात ये कि पंजाब में भी बहुत सारे टूरिस्ट आते हैं, तो उनकी सुरक्षा को लेकर आप लोग? बिल्कुल वही डीजीपी साहब यही बता रहे थे कि क्योंकि पिछले कई साल से जम्मू कश्मीर का जो टूरिज्म है बहुत हाई चला गया। 4-4 फ्लाइटें तो वैसे श्रीनगर के लिए चंडीगढ़ से भी फ्लाइटें हैं, तो लोगों वहाँ पे जो दुकानदार हैं, या चाहे वो रेडी वाला है, चाहे वो टैक्सी वाले हैं, चाहे होटल वाले हैं, मतलब वो बहुत उनके लिए रोजगार का बहुत बड़ा, गाइड, घोड़े वाले, जितने भी। तो पंजाब भी बहुत बड़ी टूरिस्ट स्टेट है और टूरिज्म को हम वैसे बढ़ावा दे रहे हैं। तो इसलिए हमने जो पंजाब के जो टूरिज्म के पहले प्लेस हैं, जहाँ पे पंजाब से या फिर पूरे देश से टूरिस्ट आते हैं, तो वहाँ पे हमने सिविल में भी और वर्दी में भी जो सिक्योरिटी प्रॉपर हमने उसको और बढ़ाने के लिए मैंने कहा है आज। तो जैसे श्री अमृतसर साहब है, 1.25 लाख फुटफॉल पर डे है, तो वो, और जहाँ पे जितने भी हमारे धार्मिक, क्योंकि रिलीजियस टूरिज्म बहुत ज़्यादा है, और यहाँ से गाड़ियाँ भी जाती हैं आगे माता चिंतपूर्णी, ज्वालामुखी जी को, जितने भी बगलामुखी जी को, जितने भी धार्मिक टूरिज्म है वो थ्रू पंजाब चलता है। तो उस पर भी हम निगाह रख रहे हैं। उन व्हीकल्स का भी हम छानबीन कर रहे हैं। अभी जितने भी वहाँ पंजाब के हैं हम पता कर रहे हैं जम्मू कश्मीर सरकार से, जो होटलों में स्टक हो गए, वहाँ जो गुलमर्ग में भी होंगे, गए होंगे, या श्रीनगर में है, उनको वापस लाने का भी हम प्रॉपर सेफली वापस लाने का भी कर रहे हैं। देखो पता क्या, देखो पता क्या, देखो आतंक का कोई धर्म नहीं होंदा जी। देखो कोई भी धर्म जिहड़ा वो इस तरह निहत्थियां ते और पत्नी सामने पति नूं गोली मार देनी और तड़फ के उन्हां सामने मर रहे ने, कोई भी धर्म नहीं लाओ करदा जी। ਅਸੀਂ ਤਾਂ ਵੈਸੇ ਸਰਬੱਤ ਦਾ ਭਲਾ ਮੰਗਣ ਵਾਲੇ ਬਾਣੀ ਦੇ ਵਾਰਿਸ ਹਾਂ। ਸੋ ਸਾਡੇ ਤਾਂ ਗੁਰੂ ਤੇਗ ਬਹਾਦਰ ਜੀ ਦਾ 350 ਸ਼ਹੀਦੀ ਵਰ੍ਹਾ ਚੱਲ ਰਿਹਾ ਹੈ। ਉਹਨਾਂ ਨੇ ਤਾਂ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਵਾਸਤੇ ਆਪਣੀ ਸ਼ਹੀਦੀ ਦਿੱਤੀ ਸੀ।
ਸੋ ਮੈਨੂੰ ਨਹੀਂ ਲੱਗਦਾ ਕਿ ਇਹਦੇ 'ਚ ਕੋਈ ਧਰਮ ਮੈਂ ਅਲਾਉ ਕਰਦਾ ਹੋਊਗਾ, ਪਰ ਜੋ ਵੀ ਹੋਇਆ ਬਹੁਤ ਬਹੁਤ ਮਾੜਾ ਹੋਇਆ। मान साहब हमारा जो पंजाब का बॉर्डर है वो बहुत सारा लगता है, 532 किलोमीटर है। तो इसके लेके कुछ स्पेशल इंतजाम कुछ नहीं, हमारा सेकंड जो फर्स्ट लाइन ऑफ डिफेंस बीएसएफ के पास है, सेकंड लाइन ऑफ डिफेंस में पंजाब पुलिस है, उसमें हम बीएसएफ के साथ बिल्कुल तालमेल के साथ पहले ही चलते हैं। जो ड्रोन वगैरह पकड़ते हैं, बहुत ड्रोन कम हो गए हैं अब क्योंकि रिसीवर देखो, वो तो ड्रोन भेज देंगे, उनका क्या लगता है, लेकिन यहाँ रिसीव कौन करेगा? हम रिसीवर्स को टारगेट कर रहे हैं अभी कि उनको पकड़ो, क्योंकि यहाँ उनका ड्रोन रिसीव करने वाला ना कोई हो। पैकेट फेंक दिया या पिस्टल फेंक दिया, उठाएगा कौन? उठाने वाला अगर यहाँ पे है वो तो यही होगा ना, वो तो इधर ही का होगा ना। तो उनको हम पूरा उन पर रेकी करके इंटेलिजेंसी से, विजिलेंस से सब हम प्रॉपर इंतजाम कर रहे हैं। सवाल है सर, कितने लोग हैं जो पंजाब के हैं जो स्टक हो सकते हैं कश्मीर में और क्या कदम उठाए जा रहे हैं? एंड दूसरा गौरव सर से है कि कोई इंटेलिजेंस अवेलेबल है कि पंजाब में भी इस तरह का अटैक हो सकता है? वी हैव टाइटन, जैसे मैंने पहले कहा था, तो हमने सिक्योरिटी अरेंजमेंट्स वो टाइटन कर दिए हैं। हम जे.एन.के पुलिस से, सेंट्रल एजेंसी से इन टच हैं। सो इंटेलिजेंस शेयरिंग रियल टाइम पे हो रही है। जो एक सवाल और था, तो मैं जो सीएम साहब ने कहा था, मैं बस उस पर थोड़ा कि ये एक प्रॉक्सी वॉर है जो आईएसआई लड़ रही है। पंजाब जो है वो देश की लड़ाई लड़ रहा है। तो हम जो सीएम साहब का ये जो कहना था ये कि ये एक लोकल इशू नहीं है, ये पाकिस्तान इज ट्राइंग टू ब्लीड इंडिया थ्रू 1000 कट्स। तो उसका हमने मुंह तोड़ जवाब दिया है। इनके सभी टेरर मॉड्यूल्स को हमने बेस्ट किया है, अरेस्ट किया है, एंड पंजाब को हम कंप्लीटली सेफ और सिक्योर रखेंगे। जी एक 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 कोई एक हेल्पलाइन नंबर जारी कर रहे हैं सर कि पंजाब के टूरिस्ट के लिए? नहीं, हमने जम्मू कश्मीर गवर्नमेंट से जो है संपर्क किया है कि हमें बता दीजिए कौन से होटल में कहाँ कहाँ रुके हुए हैं, और हम संपर्क कर रहे हैं, टूरिज्म डिपार्टमेंट की तरफ से कर रहे हैं। तो जो भी है, वैसे तो उनको गाड़ियों में गए होंगे या लेकिन स्टक हो गए हैं वहाँ पे, तो उनको वापस लाने के लिए या उनको सेफ वापस लाने के लिए हम जो है पठानकोट का बॉर्डर जो है वहाँ पे, वहाँ तक उनको लाके उसके बाद उनको घर पे छोड़ना, उनको वो हमारी जिम्मेदारी है। टारगेट किलिंग इन्होंने शुरू की हुई है पिछले लंबे समय पंजाब के ਵਿੱਚ भी टारगेट किलिंग पिछले समां ਦੇ ਵਿੱਚ ਮਿਲੀਆਂ ਨੇ। ਦਹਿਸ਼ਤ ਫੈਲਾਉਣ ਦਾ ਨਵਾਂ ਇਹਨਾਂ ਨੇ ਤਰੀਕਾ ਲੱਭਿਆ ਕਿ ਟਾਰਗੇਟ ਲੱਭੋ, ਉਸ ਨੂੰ ਨਿਸ਼ਾਨਾ ਬਣਾਓ। ਜਿਸ ਤਰ੍ਹਾਂ ਗ੍ਰੇਨੇਡ ਅਟੈਕ ਵੀ ਹੈ टारगेट ਦੇ ਤਹਿਤ ਕਰਦੇ ਨਜ਼ਰ ਆ ਰਹੇ ਨੇ। ਇਸ ਨੂੰ ਕਿਸ ਢੰਗ ਦੇ ਨਾਲ ਹੈਂਡਲ ਕਰਨਾ? ਉਹ ਇਹ ਦੇਖੋ, ਉਹਨਾਂ ਨੇ ਦੇਖੋ ਗ੍ਰੇਨੇਡ ਜਿੰਨੇ ਵੀ ਆਏ ਤੇ ਅਟੈਕ ਹੋਏ, ਸਾਰੇ ਬੰਦੇ 24 ਘੰਟਿਆਂ ਦੇ ਵਿੱਚ ਫੜੇ ਗਏ। ਉਸ ਤੋਂ ਬਾਅਦ ਬੰਦ ਹੋ ਗਏ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਤਾਂ ਨਹੀਂ ਚੱਲਣਾ ਕੰਮ। ਹਾਂ, ਜੇ ਉਹ ਨਾ ਫੜੇ ਜਾਂਦੇ ਤਾਂ ਉਹ ਸ਼ਾਇਦ ਵੱਡੇ ਕ੍ਰਾਈਮ ਲਈ ਤਿਆਰ ਹੋ ਜਾਂਦੇ, ਕਿਉਂਕਿ ਜਦੋਂ ਨਾ ਫੜਿਆ ਜਾਵੇ ਫਿਰ ਹੌਸਲਾ ਵੱਧ ਜਾਂਦਾ, ਠੀਕ ਹੈ ਨਾ, ਕਿ ਮੈਂ ਕਰ ਸਕਦਾ ਕੰਮ, ਮੈਨੂੰ ਕੀ ਹੁੰਦਾ, ਪਹਿਲਾਂ ਮੈਂ ਕੀਤਾ ਹੈ। ਸੋ ਕੁਛ ਐਨਕਾਊਂਟਰ ਹੋ ਗਏ, ਕੁਛ ਫੜੇ ਗਏ, ਤਾਂ ਉਹਦੇ ਨਾਲ ਜਿਹੜਾ ਬਹੁਤ ਠੱਲ ਪਈ ਹੈ। ਸੋ ਉਹ ਤਾਂ ਕਰਨਗੇ ਜੀ, ਉਹ ਤਾਂ ਜੋ ਹੁੰਦਾ ਉਹਨਾਂ ਤੋਂ ਮਤਲਬ ਦੇਸ਼ ਨੂੰ ਮਤਲਬ ਦਹਿਸ਼ਤ ਫੈਲਾਉਣ ਲਈ, ਦੇਸ਼ ਨੂੰ ਡਰਾਉਣ ਲਈ ਉਹਦਾ ਆਪਣਾ ਕਰਦੇ ਆ ਰਹੇ ਨੇ, ਬਹੁਤ ਸਾਲਾਂ ਤੋਂ ਕਰਦੇ ਆ ਰਹੇ ਨੇ, ਉਹਦਾ ਕੰਮ ਹੀ ਇਹ ਹੈ, ਠੀਕ ਹੈ ਨਾ। ਸੋ ਹੁਣ ਵੀ ਜੋ ਇਨੀਸ਼ੀਅਲ ਜਾਂਚ ਤੋਂ ਪਤਾ ਲੱਗਿਆ ਕਿ ਉਹ ਰਾਵਲਕੋਟ ਬੈਠ ਕੇ ਕੋਈ ਹੋਈ ਹੈ ਪਲੈਨਿੰਗ ਇਸ ਅਟੈਕ ਦੀ, ਤੇ ਉੱਧਰੋਂ ਆਏ ਨੇ ਤੇ ਬਕਾਇਦਾ ਉਹਨਾਂ ਨੇ ਹੈਲਮਟ ਪਾਏ ਹੋਏ ਸੀ ਜਿਹਨਾਂ ਤੇ ਕੈਮਰੇ ਲੱਗੇ ਹੋਏ ਸੀ। ਹਾਂ, ਕੈਮਰੇ ਵਾਲੇ ਹੈਲਮਟ ਜਿਹੜੇ ਨੇ ਉਹ ਕਿੱਥੋਂ ਆ ਗਏ ਉਹਨਾਂ ਕੋਲੇ। ਸੋ ਉਹ ਤਾਂ ਸਾਰਾ ਜਿਹੜਾ ਉਹ ਜਿਹੜਾ ਸਮਝ ਲਓ ਵੀ ਮੌਤ ਦਾ ਸਮਾਨ, ਉਹ ਸਾਰਾ ਉਹ ਭੇਜਦੇ ਨੇ। ਸੋ ਇਸਕੇ ਕਰਕੇ ਮਤਲਬ ਅਸੀਂ, ਕਿਉਂਕਿ ਪੰਜਾਬ 532 ਕਿਲੋਮੀਟਰ ਬਾਰਡਰ ਹੈ ਨਾਲ, ਇੱਧਰੋਂ ਵੀ ਅਸੀਂ ਨਾਲ ਜੁੜੇ ਹੋਏ ਹਾਂ, ਤੇ ਅਸੀਂ ਆਲਰੇਡੀ ਪਹਿਲਾਂ ਵੀ ਅਸੀਂ ਬਹੁਤ ਸਾਲ ਇਹ ਚੱਲ ਚੁੱਕੇ ਹਾਂ, ਜਿਸ ਤਰ੍ਹਾਂ ਉਹਨਾਂ ਨੇ ਕਿਹਾ। ਸੋ ਅਸੀਂ ਅਲਰਟ ਹਾਂ ਇਸ ਕੰਮ ਲਈ, ਕਿਉਂਕਿ ਦੁੱਧ ਦਾ ਫੋਕਿਆ ਲੱਸੀ ਨੂੰ ਵੀ ਫੋਕਾ ਮਾਰਦਾ ਫਿਰ। ਸੋ ਅਸੀਂ ਬਿਲਕੁਲ ਵੀ ਢਿੱਲ ਨਹੀਂ ਦੇਵਾਂਗੇ ਜੀ। ਬਾਈ ਸਾਹਿਬ, ਇੱਕ ਪਠਾਨਕੋਟ ਮਦੀਨਾ ਨਗਰ ਚ ਇਸ ਤਰ੍ਹਾਂ ਹੀ ਅਟੈਕ ਹੋਈ ਸੀ, 30 ਲੋਕ ਆਏ ਸੀਗੇ, ਉਹਨਾਂ ਦੁਬਾਰਾ ਯਾਦ ਕਰਵਾਇਆ। ਹੁਣ ਹਾਲਾਤ ਕੀ, ਕਿਉਂਕਿ ਕੋਈ ਉਸੇ ਬਾਰਡਰ ਦੀ ਆਈ ਸੀ ਕਿ ਉਹਦੀ ਅਟੈਕ ਕੀਤਾ ਸੀ, ਕਾਫੀ ਨੁਕਸਾਨ ਹੋਇਆ ਸੀ, ਸਾਡੇ ਅਫਸਰ ਸੀਗੇ ਮਾਰੇ ਗਏ ਸੀਗੇ, ਸ਼ਹੀਦ ਹੋ ਗਏ ਸੀਗੇ। ਤੇ ਹੁਣ ਉਹਨੂੰ ਦੇਖਦੇ ਕਿੱਦਾਂ, ਕਿਉਂਕਿ ਉਹੀ ਬਾਰਡਰ ਏਰੀਆ ਬਹੁਤ ਵਰਦੀ ਪਾ ਕੇ ਆਣਾ ਕਰਨਾ, ਉਹਨੂੰ ਕਿਵੇਂ ਕਰੋਗੇ? ਕਿਉਂਕਿ ਉਹ
ਇਹ ਪੰਜਾਬ ਅਸੀਂ ਪਹਿਲੇ ਤੋਂ ਇਸ ਨੂੰ ਐਂਟੀਸਿਪੇਟ ਕਰਕੇ ਇਨਫੈਕਟ ਮੈਂ ਹੋਰ ਦੱਸਣਾ ਚਾਹਾਂਗਾ ਕਿ ਅਸੀਂ ਬੜੇ ਪ੍ਰੋਐਕਟਿਵ ਮੈਨਰ ਦੇ ਵਿੱਚ ਜਿਹੜੇ ਤੁਸੀਂ ਜਿਵੇਂ 4 ਦਿਨ ਪਹਿਲੇ ਤੁਸੀਂ ਫੜਿਆ ਕਿ 2 ਮੋਡਿਊਲਸ ਫੜੇ ਗਏ, ਜਿਹੜਾ ਇੱਕ ਬੰਦਾ ਸਤਨਾਮ ਸਿੰਘ ਫਰਾਂਸ ਵਿੱਚ ਬੈਠਿਆ ਸੀਗਾ, ਇੱਕ ਗ੍ਰੀਸ ਦੇ ਵਿੱਚ ਮਨੂ ਅਗਵਾ। ਸੋ ਪ੍ਰੋਐਕਟਿਵ ਮੈਨਰ ਦੇ ਵਿੱਚ ਵੀ ਅਸੀਂ ਬਹੁਤ ਸਾਰੇ ਮੋਡਿਊਲਸ ਬਸਟ ਕੀਤੇ ਹੈ। ਉਹ ਸਾਨੂੰ ਜਦੋਂ ਐਡਵਾਂਸ ਇਨਫੋਰਮੇਸ਼ਨ ਮਿਲ ਜਾਂਦੀ ਹੈ ਫਿਰ ਅਸੀਂ ਐਕਟੀਵੇਟ ਆਪਣੀ ਜਿਹੜੀ ਆਪਰੇਸ਼ਨਲ ਮਸ਼ੀਨਰੀ ਐਕਟੀਵੇਟ ਕਰ ਦਿੰਦੇ। ਜਿਹੜਾ ਬਾਜਵਾ ਸਾਹਿਬ ਦਾ ਸਵਾਲ ਸੀਗਾ, ਅਸੀਂ ਕਾਫੀ ਪਹਿਲੇ ਤੋਂ BSF ਦੇ ਨਾਲ ਅਸੀਂ ਇਸ਼ੂ ਫਲੈਗ ਕੀਤਾ ਸੀ, ਆਰਮੀ ਦੇ ਨਾਲ, ਆਰਮੀ BSF ਤੇ ਸਟੇਟ ਪੁਲਿਸ ਉੱਥੇ ਜੁਆਇੰਟ ਪੈਟਰੋਲਿੰਗ ਹੋ ਰਹੀ ਹੈ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ, ਤੇ ਅਸੀਂ ਬਹੁਤ ਜ਼ਿਆਦਾ ਇਸ ਗੱਲ ਨੂੰ ਪਬਲਿਸਾਈਜ਼ ਨਹੀਂ ਕੀਤਾ ਹੈ। ਸੈਕੰਡ ਲਾਈਨ ਆਫ ਡਿਫੈਂਸ ਤੇ ਸਾਡੀ ਡਿਪਲੋਇਮੈਂਟ ਕਾਫੀ ਹੈਵੀ ਹੈ ਉੱਥੇ। ਜਿਹੜੀ ਸਾਡੀ SOG ਹੈਗੀ, ਜਿਹੜੀ ਐਂਟੀ ਕਾਊਂਟਰ ਟੈਰਰ ਯੂਨਿਟਸ ਹੈਗੀਆਂ, ਘਾਤਕ ਸਕੁਆਡਸ ਹੈਗੀਆਂ, ਉਹ ਅਸੀਂ ਉੱਥੇ ਡਿਪਲੋਏ ਕੀਤੀਆਂ। ਸੋ ਅਸੀਂ ਪੂਰੀ ਤਰ੍ਹਾਂ ਤਿਆਰ ਹੈਗੇ ਜੀ, ਤੇ ਸਿਚੁਏਸ਼ਨ ਤੇ ਨਿਗਰਾਨੀ ਹੈਗੀ। ਇੱਕ ਸਾਨੂੰ ਪਿਛਲੇ ਦਿਨੀ ਇੰਟੈਲੀਜੈਂਸੀ ਮਿਲੀ ਸੀ ਖਬਰ ਕਿ ਕੁਝ ਸ਼ੱਕੀ ਬੰਦੇ ਪਠਾਨਕੋਟ ਦੇ ਕਠੂਏ ਦੇ ਏਰੀਏ 'ਚ ਦੇਖੇ ਗਏ ਨੇ, ਤੇ ਅਸੀਂ ਇਮੀਡੀਏਟਲੀ ਸਾਰੇ ਸਰਚ ਕੀਤੀ ਕਿ ਇੱਧਰ ਪੰਜਾਬ ਵੱਲ ਨਾ ਆ ਜਾਣ ਤੇ ਜਾਂ ਕਿੱਥੇ ਨੇ, ਕੀ ਹੈ, ਨੁਕਸਾਨ ਨਾ ਕਰ ਦੇਣ। ਉਹਨਾਂ ਦਾ ਇਨਕਾਊਂਟਰ ਵੀ ਮੇਰੇ ਖਿਆਲ ਕਠੂਏ ਹੋਇਆ ਉਹਨਾਂ ਦਾ ਕੁਛ ਜੰਮੂ ਕਸ਼ਮੀਰ ਪੁਲਿਸ ਨਾਲ। ਸੋ ਕਈ ਜੰਮੂ ਕਸ਼ਮੀਰ ਪੁਲਿਸ ਵੱਲੋਂ ਵੀ ਕਈ ਸਾਡੇ ਕੋਲ ਇਨਪੁਟਸ ਆਉਂਦੀਆਂ ਨੇ। ਕਈ ਵਾਰੀ ਅਸੀਂ ਫਿਰ ਉਹਨਾਂ ਨੂੰ ਹੈਲਪ ਕਰਦੇ ਹਾਂ ਕਿ ਕੋਈ ਉਹ ਕਹਿੰਦੇ ਨੇ ਤੁਹਾਡੇ ਇੱਥੇ ਕਿਤੇ ਛੁਪੇ ਹੋਏ ਨੇ, ਸਾਨੂੰ ਇਨਪੁਟ ਮਿਲੀ ਹੈ। ਕਈ ਵਾਰੀ ਜੰਮੂ ਕਸ਼ਮੀਰ ਆ ਕੇ ਉਹਨੂੰ ਲੈ ਜਾਂਦੀ, ਸਾਨੂੰ ਕੋਈ ਪ੍ਰੋਬਲਮ ਨਹੀਂ। ਜੇ ਅਸੀਂ ਵੀ ਜਾ ਕੇ ਕਈ ਵਾਰੀ ਹੋਰ ਸਟੇਟਾਂ ਜਾ ਕੇ ਕੰਮ ਕਰਦੇ। पाकिस्तान आर्मी चीफ का पिछले दिनों बयान आया था, उसको साथ में इसको करना का देखा जाता है। क्या लगता है आपको कि इसमें पीछे पाकिस्तान ਦੇਖੋ ਇਹਦੇ ਵਿੱਚ ਸਾਨੂੰ ਸ਼ੱਕ ਹੀ ਕੋਈ ਨਹੀਂ। ਉਹ ਤਾਂ ਉਹਨਾਂ ਦਾ ਕੰਮ ਹੀ ਹੈ ਜੀ। ਉਹ ਤਾਂ ਦੇਖੋ ਡੈਮੋਕ੍ਰੇਸੀ ਤਾਂ ਕਦੇ ਰਹੀ ਨਹੀਂ ਉੱਥੇ, ਆਰਮੀ ਚੀਫ ਹੀ ਚਲਾਉਂਦਾ ਜਦੋਂ ਚਲਾਉਂਦਾ। ਸੋ ਤਾਂ ਹਮੇਸ਼ਾ ਇਸੇ ਕੰਮ ਤੇ ਲੱਗੇ ਰਹਿਣਾ। ਸੋ ਜੀ ਨੁਪਿੰਦਰ ਜਿਹੜਾ ਅਟੈਕ ਹੋ ਗਿਆ ਉੱਥੇ, ਉਸ ਤੋਂ ਬਾਅਦ ਤੁਸੀਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ, ਡਰੋਨ ਦੇ ਰਾਹੀਂ ਹਥਿਆਰ ਔਰ ਡਰੱਗਸ ਇਕੱਠੇ ਆਉਣ ਲੱਗ ਗਏ, ਇਕੱਠੇ ਹੋ ਗਏ, ਤਾਂ ਤੁਸੀਂ ਕਿਹਾ ਕਿ ਪੰਜਾਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੈ। ਤਾਂ ਕੀ ਕੋਈ ਐਸੀ ਇਨਪੁਟਸ ਹੈਗੀਆਂ ਨੇ ਕਿ ਉੱਥੇ ਤਾਂ ਇਹ ਵਾਪਰ ਗਿਆ, ਕੀ ਤੁਹਾਨੂੰ ਜਿੱਦਾਂ ਪਹਿਲਾਂ ਤੁਸੀਂ ਕਿਹਾ ਕਿ ਪਠਾਨਕੋਟ ਦੀ ਏਰੀਆ 'ਚ ਬੰਦੇ ਦੇਖੇ ਗਏ, ਐਸੀ ਕੋਈ ਇਨਪੁਟ ਪੰਜਾਬ ਨਿਸ਼ਾਨਾ ਕੋਈ ਇਸ ਤਰ੍ਹਾਂ ਦਾ ਕੋਈ ਮੇਜਰਸ ਤਾਂ ਨਹੀਂ ਹੈਗਾ ਸਾਡੇ ਕੋਲ ਕਿ ਕੋਈ ਪੰਜਾਬ ਤੇ ਕੋਈ ਐਸੀ ਕੋਈ ਅਟੈਕ ਜਾਂ ਕੋਈ ਉੱਦਾਂ ਦਾ। ਪਰ ਆ ਜਿਹੜੇ ਛੋਟਾ ਛੋਟਾ ਕਰਦੇ ਰਹਿੰਦੇ ਆ ਉਹ, ਕਿਉਂਕਿ ਇੱਥੇ ਅਸੀਂ ਜਦੋਂ ਉਹ ਐਂਟੀ ਡਰੋਨ ਸਿਸਟਮ ਸਾਡਾ ਲਾਂਚ ਹੋ ਗਿਆ, ਜਲਦੀ ਹੋ ਜਾਊਗਾ, ਸਾਰੇ ਜਾਰੀ ਹੋ ਗਏ ਹੈ ਨਾ, ਕਰ ਰਹੇ ਸਰ। ਅਸੀਂ ਜੋ ਹੈ ਵੀ ਸਾਰਾ ਜੋ ਮੀਟਿੰਗ ਕਰ ਹਾਂ। ਫਾਈਨਲਾਈਜ਼ ਕਰ ਦਿਓ। ਤੇ ਐਂਟੀ ਡਰੋਨ ਸਿਸਟਮ ਜਦੋਂ ਆ ਗਿਆ ਤਾਂ ਉਹ ਡਰੋਨ ਆਉਣਾ ਹੀ ਨਹੀਂ ਸਾਡੇ ਕੋਲ। ਬਹੁਤ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪਊਗਾ, ਕਿਉਂਕਿ ਉਹਨਾਂ ਕੋਲੇ ਹੁਣ ਇੱਕੋ ਹੀ ਤਰੀਕਾ ਡਰੋਨ ਦਾ, ਔਰ ਡਰੋਨ ਫੜ ਵੀ ਲੈਂਦੇ ਪਰ ਕਈ ਲੰਘ ਵੀ ਜਾਂਦੇ ਹੋਣਗੇ। ਤੇ ਇੱਥੇ ਰਿਸੀਵਰ ਕੌਣ ਹੈ, ਫਿਰ ਉਹਦੇ ਬਾਰੇ ਅਸੀਂ ਪਹਿਲਾਂ ਵੀ ਮੈਂ ਹੋਮ ਮਿਨਿਸਟਰ ਨਾਲ ਜਦੋਂ ਮੀਟਿੰਗ ਹੁੰਦੀ ਰਹਿੰਦੀ ਹੈ ਸਾਡੀ ਨੈਸ਼ਨਲ ਸਿਕਿਉਰਿਟੀ ਦੀ ਕੋਈ, ਉਹਦੇ 'ਚ ਮੈਂ ਕਹਿਣਾ ਕਿ ਪਹਿਲੀ ਗੱਲ ਤਾਂ ਡਰੋਨ ਜੋ ਆਪਾਂ ਕਈ ਡਰੋਨ ਐਸੇ ਵੀ ਫੜੇ ਨੇ ਜਿਹੜੇ ਆਪਣੇ ਇੰਡੀਆ ਦੇ ਬਣੇ ਹੋਏ ਆ, ਇੱਥੋਂ ਗਏ ਉੱਧਰੋਂ ਭਰ ਕੇ ਆ ਗਏ। ਤੇ ਆਪਣੇ ਜਿਹੜੇ ਡਰੋਨ ਨੇ ਉਹਨਾਂ ਦੇ ਘੱਟੋ ਘੱਟ ਕੋਈ ਆਈਡੈਂਟੀਫਿਕੇਸ਼ਨ, ਉਹਨਾਂ ਦਾ ਕੋਈ ਜਿਵੇਂ ਵਹੀਕਲ ਦਾ ਨੰਬਰ ਹੁੰਦਾ ਉਹ ਤਾਂ ਕਰੀਏ ਨਾ। ਕਿ ਹੁਣ ਤਾਂ ਹਰ ਜਗ੍ਹਾ ਤੇ ਡਰੋਨ, ਟੂਰਨਾਮੈਂਟ ਤੇ ਡਰੋਨ ਚੱਲ ਰਿਹਾ, ਸ਼ਾਦੀਆਂ 'ਚ ਡਰੋਨ ਚੱਲਦੇ ਨੇ, ਪੋਲੀਟੀਕਲ ਰੈਲੀਆਂ 'ਚ ਡਰੋਨ ਚੱਲਦੇ ਨੇ, ਹੈ ਨਾ। ਹੁਣ ਤਾਂ ਹਰ ਜਗ੍ਹਾ ਤੇ ਡਰੋਨ ਯੂਜ਼ ਹੁੰਦਾ। ਸੋ ਇਸ ਕਰਕੇ ਉਹਨਾਂ ਦੀ ਆਈਡੈਂਟੀਫਿਕੇਸ਼ਨ, ਬਕਾਇਦਾ ਲਾਇਸੈਂਸ ਉਹਨਾਂ ਦਾ ਹੋਵੇ ਕਿ ਡਰੋਨ ਜਿਹੜਾ ਹੈ ਉਹ ਕਿੱਥੇ ਚੱਲ ਰਿਹਾ, ਕਿਹਦਾ ਹੈ ਡਰੋਨ ਹੈ, ਕਿੱਧਰੋਂ ਗਿਆ ਸੀ। ਫਿਰ ਅਸੀਂ ਉਹਦੇ ਨਾਲ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ, ਔਰ ਉਹਨਾਂ ਨੇ ਐਕਸੈਪਟ ਕੀਤੀ ਹੈ ਮੇਰੀ ਡਿਮਾਂਡ, ਤੇ ਉਹ ਜਲਦੀ ਡਰੋਨ ਦੀ ਕੋਈ ਪਾਲਿਸੀ ਇਸ ਤਰ੍ਹਾਂ ਦੀ ਲੈ ਕੇ ਆਉਣਗੇ ਕਿ ਉਹਨਾਂ ਨੂੰ ਕੋਈ ਨੰਬਰ ਜਿਹੜਾ ਉਹ ਮਿਲੇ, ਤੇ ਜਿਹੜਾ ਲੈ ਕੇ ਜਾਂਦਾ ਉਹਦੀ ਆਈਡੈਂਟੀਫਿਕੇਸ਼ਨ ਜਾਂ ਉਹਦਾ ਕੋਈ ID ਵਗੈਰਾ ਉਹਦੀ ਰੱਖੀ ਜਾਵੇ। ਜਿਵੇਂ ਹੁਣ ਤਾਂ ਸਿਮ ਲੈਣ ਵਾਸਤੇ ਵੀ ਕਿੰਨਾ ਕੁਝ ਮੰਗਦੇ ਨੇ, ਤੇ ਜੋ ਡਰੋਨ ਇੱਦਾਂ ਦੇ ਦਿੰਦੇ ਜੀ ਆਪਾਂ। ਸੋ ਇਸ ਕਰਕੇ ਇਹਨੂੰ ਅਸੀਂ ਹੁਣ ਅੱਗੇ ਤੋਂ ਜੋ ਐਡਵਾਂਸ ਟੈਕਨੋਲੋਜੀ ਹੈ ਉਹਨੂੰ ਅਸੀਂ ਹੋਰ ਵੀ ਅੱਗੇ ਐਡਵਾਂਸ ਕਰਨਾ ਚਾਹੁੰਦੇ। ਸਾਡੀ ਮੁਹਿੰਮ ਨੂੰ ਸੱਟ ਮਾਰਨ ਵਾਸਤੇ ਯੁੱਧ ਨਸ਼ਾ ਵਿਰੁੱਧ ਨੂੰ ਉਹ ਹੋਰ ਐਗਰੈਸ਼ਨ ਦਿਖਾ ਸਕਦੇ ਨੇ ਪੰਜਾਬ वाले पास? नहीं, हमारे पास ऐसी कोई इंफॉर्मेशन नहीं है, लेकिन हमारी जो मुहिम है युद्ध नशे विरुद्ध वो जारी रहेगी और हर रोज उसकी स्पीड बढ़ती रहेगी। ठीक है ना, कोई हो चाहे कोई, मतलब हम ये नहीं देखेंगे उसमें कि कोई किसी का बड़ा बंदा है, छोटा बंदा है, किसी का रिश्तेदार है, किसी का दोस्त है। नो, इस मामले में कोई हम लिहाज नहीं बरतेंगे। जो पंजाब को, जवानी को जो है वो बर्बाद कर रहा है उसके साथ हमारा कोई नाता नहीं है। और वो जो उसने मतलब सामने वाले
10 घरों को बर्बाद करके खुद अपनी कोठी 3 मंजिली और उस पर दीपमाला चला ली, ये तो नहीं चलेगा। वो एनडीपीएस का पर्चा होगा और विद ड्यू परमिशन विद लीगल ਜਿਹੜਾ ਤਰੀਕਾ ਉਹਦੇ ਨਾਲ ਅਸੀਂ ਜੇ ਬਲਡੋਜ਼ਰ ਯੂਜ਼ ਕਰਨਾ ਬਲਡੋਜ਼ਰ ਕਰਾਂਗੇ ਔਰ ਜਿਹੜਾ एनडीपीएस ਦੇ एक्ट के अधीन सजा होगी, ਜਿਹੜੀ सजा भी होगी। सीएम साहब, बहुत सारे स्टूडेंट जो जम्मू कश्मीर के यहाँ पढ़ते हैं, यूनिवर्सिटी काफ़ी है, उनको देख के कुछ सिक्योरिटी सर बढ़ाई गई है? हाँ, बताया है आपको, बहुत से कैंपसेस मतलब सबसे ज़्यादा गिनती में पंजाब में जम्मू कश्मीर से स्टूडेंट पढ़ते हैं। संगरूर तक भी, इधर सभी कॉलेजों में हॉस्टल में रहते हैं, तो वहाँ भी हमने उनके साथ, जम्मू कश्मीर स्टूडेंट एसोसिएशंस भी हैं, उनके साथ भी हमने रब्ता किया है ताकि पता चल सके कि हम हैं, कोई प्रॉब्लम नहीं है। लेकिन आप घबराना मत, या कोई ऐसा कोई घबराहट में आके या उसमें आप बौखलाहट में आके कोई ऐसा स्टेप मत कर लेना है जी। नहीं, ਅਸੀਂ ਆਪ ਹੀ ਉਹਨਾਂ ਨਾਲ ਕਰ ਲਿਆ ਨਾ ਆਪਣਾ ਜੰਮੂ ਕਸ਼ਮੀਰ ਗੌਰਮੈਂਟ ਨਾਲ, ਤੇ ਗੁਲਮਰਗ, ਪਹਿਲਗਾਂव, श्रीनगर मेन ज़्यादा ਇੱਥੇ ਹੈਗਾ ਟੂਰਿਸਟ, ਤੇ ਉਹਨਾਂ ਨੇ ਰੋਕੇ ਹੋਏ ਨੇ ਫਿਲਹਾਲ, ਹੋਰ ਬੰਦ ਕੀਤਾ ਹੋਇਆ ਜੀ ਕੁਛ। ਜਦੋਂ ਹੀ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਸਕਦੇ ਹੋ ਤਾਂ ਪੰਜਾਬ ਵਾਲਿਆਂ ਨੂੰ ਅਸੀਂ ਸੇਫਲੀ ਲੈ ਕੇ ਆਵਾਂ। ਜਾਰੀ ਕੀਤੇ ਗਏ ਨੇ ਉਹਨਾਂ ਦੇ, ਤੁਹਾਡੇ ਤੱਕ ਵੀ ਡਿਟੇਲ ਪਹੁੰਚੀ? ਕਰੀ ਸਕੈਚ ਜਾਰੀ ਕੀਤੇ ਗਏ ਨੇ ਜਿਹੜਾ ਦੇ ਹਾਂ। ਸਸਪੈਕਟਡ ਹੈਗੇ ਨੇ, ਤੁਹਾਡੇ ਤੱਕ ਵੀ ਪਹੁੰਚੇ ਨੇ ਕਿ ਇਹ ਹੈਗੇ ਨੇ ਇਹਨਾਂ ਦਾ ਤੁਸੀਂ ਦੇਖੋ ਕੁਛ ਹੈ? ਨਹੀਂ, ਜੋ ਵੀ ਸਾਡੇ ਕੋਲ ਜੋ ਕੋਈ ਇਨਫੋਰਮੇਸ਼ਨ ਮੰਗਣਗੇ ਅਸੀਂ ਦੇਵਾਂਗੇ। ਸਾਡੇ ਕੋਲ ਕੋਈ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਕੋਈ ਪ੍ਰੋਕਸੀ ਵਾਰ ਡੀਜੀ ਸਾਹਿਬ ਨੇ ਕਿਹਾ ਵੀ ਪੰਜਾਬ ਨਹੀਂ ਲੜ ਰਿਹਾ, ਦੇਸ਼ ਲੜ ਰਿਹਾ। ਕੀ ਸੈਂਟਰ ਜਿਹੜਾ ਹੈਗਾ ਇਹਦੇ ਲਈ ਫੰਡ ਵੱਖਰੇ ਪ੍ਰਬੰਧ ਮੈਂ ਤੁਹਾਨੂੰ ਕਿਹਾ ਜੀ, ਦੇਖੋ ਅਸੀਂ ਜਦੋਂ ਦੀਨਾਨਗਰ ਆਏ ਜਾਂ ਗੁਰਦਾਸਪੁਰ ਤੇ ਆਪਣਾ ਪਠਾਨਕੋਟ, ਤਾਂ ਉਹ ਹਮਲਾ ਦੇਸ਼ 'ਤੇ ਕਰਨ ਆਏ ਸੀ ਨਾ, ਉਹ ਇੱਥੋਂ ਆਉਂਦੇ ਨੇ, ਅਸੀਂ ਸਾਡੇ ਨਾਲ ਮੁਕਾਬਲਾ ਹੋ ਜਾਂਦਾ ਪਹਿਲਾਂ, ਅਸੀਂ ਉਹਨਾਂ ਨੂੰ ਮਤਲਬ ਰੋਕ ਲੈਂਦੇ ਹਾਂ। ਨਹੀਂ ਤਾਂ ਇੱਧਰ ਨੂੰ ਜਾਂਦੇ ਨੇ, ਦੇਸ਼ ਵੱਲ ਨੂੰ ਜਾਣਗੇ, ਦਿੱਲੀ ਜਾਣਗੇ, ਬੰਬੇ ਜਾਣਗੇ। ਤੇ ਦੇਸ਼ ਦੀ ਲੜਾਈ ਹੈ, ਅਸੀਂ ਦੇਸ਼ ਦੀ ਲੜਾਈ ਲੜ ਰਹੇ ਹਾਂ। ਤਾਂ ਸਾਨੂੰ, ਕਿਉਂਕਿ ਉਹਨਾਂ ਨੇ ਤਾਂ ਜਦੋਂ ਮੈਂ MP ਸੀਗਾ, ਜਦੋਂ ਦੀਨਾਨਗਰ ਦਾ ਔਰ ਪਠਾਨਕੋਟ ਦਾ 7 ਕਰੋੜ ਰੁਪਏ ਖਰਚਾ ਪਾਤਾ ਉਹਨਾਂ ਨੇ ਪੰਜਾਬ ਨੂੰ, ਕਿ ਅਸੀਂ ਤੁਹਾਨੂੰ ਮਿਲਟਰੀ ਭੇਜੀ ਸੀ, ਪੈਰਾ ਮਿਲਟਰੀ ਫੋਰ। ਮੈਂ ਕਿਹਾ ਸਾਡੇ ਮੁੰਡੇ ਨੇ ਭਰਤੀ ਹੋਏ ਉਹਦੇ 'ਚ, ਤੇ ਸਾਨੂੰ ਕਿਰਾਏ 'ਤੇ ਦਿੰਦੇ ਹੋ ਤੁਸੀਂ, ਰੈਂਟ 'ਤੇ ਦਿਓਗੇ ਸਾਨੂੰ ਮਿਲਟਰੀ? ਮੈਂ ਸਾਡੇ MP ਲੈਟ 'ਚੋਂ ਕੱਟ ਲਓ ਜੀ। ਫਿਰ ਬਾਅਦ 'ਚ ਮਾਫ ਕਰਤੇ ਸੀ ਉਹਨਾਂ ਨੇ, ਰਾਜਨਾਥ ਜੀ ਨਾਲ ਗੱਲ ਕੀਤੀ ਸੀ। ਸੋ ਇਹ ਦੇਸ਼ ਦੀ ਲੜਾਈ ਹੈ, ਇਹ 'ਚ ਜਦੋਂ ਅਸੀਂ BSF ਦੀ ਹੈਲਪ ਕਰ ਰਹੇ ਹਾਂ ਤਾਂ ਜੇ ਲੋੜ ਪਵੇ ਤਾਂ ਅਸੀਂ ਉਹਨਾਂ ਨੂੰ ਵੀ ਕਹਾਂਗੇ ਕਿ ਭਾਈ ਇਹ ਜਿਹੜਾ ਇੰਡੀਆ ਦੀ ਲੜਾਈ ਹੈ, ਤਾਂ ਉਹਦੇ 'ਚ ਅਸੀਂ ਫਰੰਟ 'ਤੇ ਆਉਂਦੇ ਹਾਂ। ਤਾਂ ਕਰਕੇ ਸਭ ਤੋਂ ਪਹਿਲੀਆਂ ਛਾਤੀਆਂ ਜਿਹੜੀਆਂ ਨੇ ਸਾਡੀਆਂ ਜਵਾਨਾਂ ਦੀਆਂ ਹੁੰਦੀਆਂ, ਤਾਂ ਉਹਨਾਂ ਗੋਲੀਆਂ ਦੇ ਮੂਹਰੇ, ਉਹਨਾਂ ਬੰਬਾਂ ਦੇ ਮੂਹਰੇ। ਸੋ ਪਰ ਕਿਸੇ ਵੀ ਹਾਲਤ 'ਚ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਵੀ ਕਰਦਾ ਕਿ ਸ਼ਾਂਤੀ ਬਣਾ ਕੇ ਰੱਖਣੀ ਹੈ ਜਿੱਥੇ ਵੀ ਹੈਗੇ। ਔਰ ਮੈਂ ਤੁਹਾਨੂੰ ਯਕੀਨ ਵੀ ਦਿਵਾਉਣਾ ਤੁਹਾਡੇ ਸਾਰਿਆਂ ਦੇ ਥਰੂ ਕਿ ਪੰਜਾਬ ਨੂੰ ਬਿਲਕੁਲ ਸੇਫ ਰੱਖਿਆ ਜਾਊਗਾ, ਸ਼ਾਂਤੀਪੂਰਵਕ ਸੂਬਾ ਹੱਸਦਾ ਵਸਦਾ ਰੱਖਿਆ ਜਾਊਗਾ। ਉਹਦੇ ਵਾਸਤੇ ਜੋ ਵੀ ਸਾਨੂੰ ਐਫਰਟਸ ਕਰਨੀਆਂ ਪਈਆਂ, ਜੋ ਵੀ ਸਾਨੂੰ ਬਜਟ ਰੱਖਣੇ ਪਏ, ਜੋ ਵੀ ਸਾਨੂੰ ਟੈਕਨੋਲੋजीज ਚਾਹੇ ਲਿਆਉਣੀਆਂ पैन, चाहे लॉन्च करनी पैन, ਅਸੀਂ ਕਰਾਂਗੇ। पर पंजाब में अमन शांति कायम रखना हमारा फर्ज है, पंजाब में अमन शांति रहेगी।